ओम शांति। ਅੱਜ ਹੈ 23/4/2022 ਦੀ ਸਾਕਾਰ ਬਾਪ ਦਾਦਾ ਜੀ ਦੀ ਮੁਰਲੀ। ਅੱਜ ਬਾਪ ਦਾਦਾ ਜੀ ਨੇ ਕਿਹਾ, ਮਿੱਠੇ ਬੱਚੇ, ਬਾਪ ਨੂੰ ਯਾਦ ਕਰਨ ਦੀ ਆਦਤ ਜੇਕਰ ਪੈ ਜਾਵੇ ਤਾਂ ਦੇਹੀ ਅਭਿਮਾਨੀ ਬਣ ਜਾਵਾਂਗੇ। ਨਸ਼ਾ ਤੇ ਖੁਸ਼ੀ ਕਾਇਮ ਰਵੇਗੀ, ਨਾਲ ਨਾਲ ਚਲਨ ਵੀ ਸੁਧਰਦੀ ਜਾਵੇਗੀ। ਪ੍ਰਸ਼ਨ ਹੈਗਾ, ਗਿਆਨ ਅੰਮ੍ਰਿਤ ਪੀਂਦਿਆਂ ਹੋਇਆਂ ਕਿਹੜੇ ਬੱਚੇ ਟਰੇਟਰ ਬਣ ਜਾਂਦੇ ਹਨ ਅਤੇ ਕਿਵੇਂ? ਬਾਪ ਜੀ ਨੇ ਕਿਹਾ, ਜੋ ਇੱਕ ਔਰ ਗਿਆਨ ਅੰਮ੍ਰਿਤ ਪੀਂਦੇ ਦੂਜੀ ਔਰ ਜਾ ਕੇ ਗੰਦ ਕਰਦੇ ਹਨ ਅਤੇ ਆਸੁਰੀ ਚਲਨ ਚੱਲ ਡਿਸਰਵਿਸ ਕਰਦੇ ਹਨ। ਈਸ਼ਵਰ ਦੇ ਬੱਚੇ ਬਣ ਕੇ ਆਪਣੀ ਚਲਨ ਨਹੀਂ ਸੁਧਾਰਦੇ, ਆਪਸ ਵਿੱਚ ਮਾਇਆਵੀ ਗੱਲਾਂ ਕਰਦੇ ਹਨ, ਇੱਕ ਦੋ ਨੂੰ ਦੁੱਖ ਦਿੰਦੇ ਹਨ। ਉਹ ਹਨ ਟਰੇਟਰ। ਬਾਪ ਕਹਿੰਦੇ ਹਨ, ਬੱਚੇ ਤੁਸੀਂ ਇੱਥੇ ਆਏ ਹੀ ਹੋ ਅਸੁਰ ਤੋਂ ਦੇਵਤਾ ਬਣਨ ਦੇ ਲਈ, ਤਾਂ ਸਦਾ ਇੱਕ ਦੋ ਵਿੱਚ ਨੂੰ ਗਿਆਨ ਦੀ ਚਰਚਾ ਕਰਦੇ ਰਹੋ, ਨਾਲ ਨਾਲ ਦੈਵੀ ਗੁਣ ਨੂੰ ਵੀ ਧਾਰਨ ਕਰੋ। ਅੰਦਰ ਜਿਹੜੇ ਵੀ ਅਵਗੁਣ ਹਨ ਉਹਨਾਂ ਨੂੰ ਕੱਢਦੇ ਜਾਓ, ਬੁੱਧੀ ਨੂੰ ਸਵੱਛ ਅਤੇ ਸਾਫ਼ ਬਣਾਓ। ਗੀਤ ਹੈਗਾ, ਤਕਦੀਰ ਜਗਾ ਕੇ ਆਈ ਹਾਂ। ਓਮ ਸ਼ਾਂਤੀ। ਬੱਚਿਆਂ ਨੇ ਗੀਤ ਸੁਣਿਆ ਅਤੇ ਬੱਚਿਆਂ ਨੇ ਹੀ ਗਾਇਆ। ਕੋਈ ਵੀ ਸਕੂਲ ਵਿੱਚ ਜਦੋਂ ਜਾਂਦੇ ਹਾਂ ਤਾਂ ਤਕਦੀਰ ਬੁੱਧੀ ਵਿੱਚ ਰਹਿੰਦੀ ਹੈ ਕਿ ਇਹ ਇਮਤਿਹਾਨ ਅਸੀਂ ਪਾਸ ਕਰਾਂਗੇ। ਬੁੱਧੀ ਵਿੱਚ ਤਕਦੀਰ ਦੀ ਏਮ ਆਬਜੈਕਟ ਵੀ ਰਹਿੰਦੀ ਸਨ। ਹੁਣ ਤੁਸੀਂ ਬੱਚੇ ਜਾਣਦੇ ਹੋ, ਅਸੀਂ ਆਪਣੀ ਤਕਦੀਰ ਨੂੰ ਨਵੀਂ ਦੁਨੀਆ ਨੂੰ ਧਾਰਨ ਕਰਨ ਲਈ ਬੈਠੇ। ਨਵੀਂ ਦੁਨੀਆ ਨੂੰ ਰਚਣੇ ਵਾਲਾ ਪਰਮ ਪਿਤਾ ਪਰਮਾਤਮਾ ਹੀ ਸਾਨੂੰ ਵਰਸਾ ਦੇਣ ਲਈ ਤਕਦੀਰ ਬਣਾਉਣ ਆਏ ਹਨ। ਕਿਹੜਾ ਵਰਸਾ ਦਿੰਦੇ ਹਨ? ਮਨੁੱਖ ਤੋਂ ਦੇਵਤਾ ਅਤੇ ਨਰ ਤੋਂ ਨਾਰਾਇਣ ਬਣਨ ਦਾ ਵਰਸਾ। ਇਸ ਰਾਵਣ ਦੇ ਭ੍ਰਸ਼ਟਾਚਾਰੀ ਰਾਜ ਨੂੰ ਲੈ ਜਾਂਦੇ ਹਨ। ਇੱਥੇ ਹਨ ਰਾਵਣ ਦਾ ਭ੍ਰਸ਼ਟਾਚਾਰੀ ਰਾਜ। ਭ੍ਰਸ਼ਟਾਚਾਰੀ ਵਿਕਾਰ ਤੋਂ ਪੈਦਾ ਹੁੰਦੇ ਹਨ ਔਰ ਵਿਕਾਰੀਆਂ ਨੂੰ ਹੀ ਭ੍ਰਸ਼ਟਾਚਾਰੀ ਵੀ ਆਖਿਆ ਜਾਂਦਾ ਹੈ। ਭਗਵਾਨੂਵਾਚ, ਕੰਮ ਮਹਾਸ਼ਤਰੂ ਹਨ, ਤੁਹਾਨੂੰ ਇਸ 'ਤੇ ਜੀਤ ਪਾਣੀ ਹੈ, ਤਾਂ ਹੀ ਤੁਸੀਂ ਸ੍ਰੇਸ਼ਟਾਚਾਰੀ ਬਣਦੇ ਹੋ। ਭਾਰਤ ਹੀ ਭ੍ਰਸ਼ਟਾਚਾਰੀ ਤੇ ਭਾਰਤ ਹੀ ਸ੍ਰੇਸ਼ਟਾਚਾਰੀ ਬਣਦਾ ਹੈ। ਮੂਤ ਪਲੀਤੀਆਂ ਨੂੰ ਹੀ ਭ੍ਰਸ਼ਟਾਚਾਰੀ ਆਖਿਆ ਜਾਂਦਾ ਹੈ। ਇੱਥੇ ਸਾਰੇ ਵਿੱਚ 5 ਵਿਕਾਰ ਹਨ। ਇਸ ਸਮਾਂ ਰਾਵਣ ਦਾ ਰਾਜ ਹੈ, ਕਿਉਂਕਿ ਮਾਇਆ ਦਾ ਰਾਜ ਸਤਯੁਗ ਵਿੱਚ ਨਹੀਂ ਹੁੰਦਾ, ਇਸ ਲਈ ਉੱਥੇ ਕੋਈ ਭ੍ਰਸ਼ਟਾਚਾਰੀ ਨਹੀਂ ਹੁੰਦੇ। ਸਤਯੁਗ ਵਿੱਚ ਹੀ ਜੇਕਰ ਰਾਵਣ ਰਾਜ ਹੁੰਦਾ ਤੇ ਉੱਥੇ ਵੀ ਫਿਰ ਰਾਵਣ ਨੂੰ ਸਾੜਨਾ ਪੈਂਦਾ। ਇੱਥੇ ਇਹ ਗੱਲਾਂ ਹੁੰਦੀਆਂ ਨਹੀਂ। ਉੱਥੇ ਹਨ ਸ੍ਰੇਸ਼ਟਾਚਾਰੀ। ਭ੍ਰਸ਼ਟਾਚਾਰੀ ਦੁਨੀਆ ਵਿੱਚ ਕੋਈ ਉੱਚ ਪੋਜੀਸ਼ਨ ਉੱਤੇ ਨਹੀਂ ਹੁੰਦੇ, ਤਾਂ ਸਭ ਨੂੰ ਮੰਨਦੇ ਹਨ। ਜਿਵੇਂ ਸੰਨਿਆਸੀ ਬੜੀ ਚੰਗੀ ਪੋਜੀਸ਼ਨ 'ਤੇ ਹੁੰਦੇ ਹਨ ਤਾਂ ਸਾਰੇ ਉਹਨਾਂ ਨੂੰ ਮੰਨਦੇ ਹਨ, ਕਿਉਂਕਿ ਉਹ ਪਵਿੱਤਰ ਰਹਿੰਦੇ ਹਨ। ਤਾਂ ਹੀ ਸਭ ਮਨੁੱਖ ਉਹਨਾਂ ਅੱਗੇ ਮੱਥਾ ਟੇਕਦੇ ਹਨ। ਗੌਰਮਿੰਟ ਵੀ ਉਹਨਾਂ ਨੂੰ ਚੰਗਾ ਸਮਝਦੀ ਏ, ਉਹਨਾਂ ਨੂੰ ਆਪਣਾ ਰਾਜਗੁਰੂ ਵੀ ਮੰਨਦੀ ਹੈ। ਸਤਯੁਗ ਵਿੱਚ ਗੁਰੂ ਦਾ ਨਾਮ ਹੁੰਦਾ ਹੀ ਨਹੀਂ। ਗੁਰੂ ਅਰਥਾਤ ਸਦਗਤੀ ਕਰਨ ਵਾਲੇ। ਸ਼ਾਸਤਰਾਂ ਵਿੱਚ ਤਾਂ ਬਥੇਰੀਆਂ ਕਹਾਣੀਆਂ ਬਣਾ ਦਿੱਤੀਆਂ ਨੇ। ਰਾਜਾ ਜਨਕ ਨੇ ਉਹਨਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ, ਜਿਨ੍ਹਾਂ ਨੂੰ ਬ੍ਰਹਮ ਗਿਆਨ ਰਾਜਯੋਗ ਦਾ ਗਿਆਨ ਨਹੀਂ ਸੀ। ਜਦੋਂ ਉਹਨਾਂ ਨੂੰ ਰਾਜਯੋਗ ਦਾ ਗਿਆਨ ਮਿਲਿਆ ਤਾਂ ਸੈਕਿੰਡ ਵਿੱਚ ਉਹਨਾਂ ਨੇ ਜੀਵਨ ਮੁਕਤੀ ਨੂੰ ਪਾਇਆ। ਭ੍ਰਸ਼ਟਾਚਾਰੀ ਦਾ ਸਿਰਫ ਇਹੀਓ ਅਰਥ ਨਹੀਂ ਸਨ ਕਿ ਰਿਸ਼ਵਤ ਆਦਿ ਮੰਗਦੇ ਹਨ। ਨਹੀਂ, ਬਾਪ ਆਖਦੇ ਹਨ, ਜਿਹੜੇ ਵੀ ਮਨੁੱਖ ਮਾਤਰ ਹਨ ਸਭ ਭ੍ਰਸ਼ਟਾਚਾਰੀ ਹਨ, ਕਿਉਂਕਿ ਸਭ ਦੇ ਸਰੀਰ ਵਿਕਾਰ ਤੋਂ ਪੈਦਾ ਹੁੰਦੇ ਹਨ। ਤੁਹਾਡਾ ਸਰੀਰ ਵੀ ਵਿਕਾਰ ਤੋਂ ਪੈਦਾ ਹੁੰਦਾ ਹੈ, ਪਰੰਤੂ ਹੁਣ ਤੁਸੀਂ ਆਪਣੇ ਨੂੰ ਆਤਮਾ ਸਮਝ ਬਾਪ ਜੀ ਦੇ ਬਣੇ ਹੋ। ਦੇਹ ਅਭਿਮਾਨ ਨੂੰ ਛੱਡ ਦੇਣਾ ਹੈ। ਇਸ ਲਈ ਤੁਸੀਂ ਪਰਮ ਪਿਤਾ ਪਰਮਾਤਮਾ ਦੀ ਮੁੱਖ ਵੰਸ਼ਾਵਲੀ ਸੰਤਾਨ ਹਨ, ਈਸ਼ਵਰੀय ਸੰਤਾਨ ਹਨ। परमपिता परमात्मा ने आके
ਆਪ ਜੀ ਆਤਮਾਵਾਂ ਨੂੰ ਆਪਣਾ ਬਣਾਇਆ ਹਨ। ਇਹ ਬੜੀ ਗਹਿਰੀਆਂ ਗੱਲਾਂ ਹਨ। ਅਸੀਂ ਆਤਮਾ ਪਰਮ ਪਿਤਾ ਪਰਮਾਤਮਾ ਦੀ ਵੰਸ਼ਾਵਲੀ ਬਣਦੇ ਹਨ। ਆਤਮਾ ਆਖਦੀ ਹਨ, ਬਾਬਾ ਸਤਯੁਗ ਵਿੱਚ ਆਤਮਾ ਕੋਈ ਪਰਮਾਤਮਾ ਨੂੰ ਬਾਬਾ ਨਹੀਂ ਆਖਿਆ ਜਾਂਦਾ। ਉੱਥੇ ਤਾਂ ਜੀਵ ਆਤਮਾ ਨੂੰ ਹੀ ਬਾਬਾ ਆਖਦੀਆਂ ਹਨ। ਤੁਸੀਂ ਜੀਵ ਆਤਮਾਵਾਂ ਹੋ। ਹੁਣ ਬਾਬਾ ਨੇ ਆਖਿਆ ਹੈ, ਆਪਣੇ ਨੂੰ ਆਤਮਾ ਸਮਝ ਕਿ ਪਰਮਾਤਮਾ ਨੂੰ ਯਾਦ ਕਰਨਾ ਹੈ। ਸਭ ਤੇ ਉੱਤਮ ਜਨਮ ਤੁਹਾਡੇ ਬ੍ਰਾਹਮਣਾਂ ਦਾ ਹੀ ਹੁੰਦਾ ਹੈ। ਆਤਮਾ ਆਖਦੀ ਹਨ, ਅਸੀਂ ਆਪ ਜੀ ਦੇ ਬੱਚੇ ਬਣੇ ਹਾਂ। ਗਰਭ ਤੋਂ ਥੋੜੇ ਹੀ ਨਿਕਲਦੇ ਹਨ। ਬਾਬਾ ਨੂੰ ਪਹਿਚਾਣ ਕੇ ਉਹਨਾਂ ਦਾ ਬਣ ਜਾਂਦੇ ਹਨ। ਸ਼ਿਵ ਬਾਬਾ ਅਸੀਂ ਆਪ ਜੀ ਦੇ ਬਣ ਗਏ ਹਾਂ। ਆਪ ਜੀ ਦੀ ਹੀ ਸ਼੍ਰੀਮਤ ਤੇ ਚੱਲਾਂਗੇ। ਕਿੰਨੀ ਸੂਖਸ਼ਮ ਗੱਲਾਂ ਹਨ। ਬਾਪ ਨੇ ਆਖਿਆ ਹੈ, ਜਦੋਂ ਬਾਬਾ ਦੇ ਕੋਲ ਆਉਂਦੇ ਹੋ ਤੇ ਇਹ ਨਿਸ਼ਚੈ ਕਰਕੇ ਆਓ ਕਿ ਅਸੀਂ ਤਾਂ ਸ਼ਿਵ ਬਾਬਾ ਦੇ ਕੋਲ ਬੈਠੇ ਹਾਂ। ਆਤਮਾ ਵੀ ਨਿਰਾਕਾਰ ਹੁੰਦੀ ਏ ਤੇ ਸ਼ਿਵ ਬਾਬਾ ਵੀ ਨਿਰਾਕਾਰ ਹੁੰਦੇ ਹਨ। ਸ਼ਿਵ ਬਾਬਾ ਦੀ ਯਾਦ ਨਾਲ ਹੀ ਵਿਕਰਮ ਵਿਨਾਸ਼ ਹੁੰਦੇ ਹਨ। ਯਾਦ ਨਹੀਂ ਕੀਤਾ ਤੇ ਭ੍ਰਸ਼ਟਾਚਾਰੀ ਬਣਾਂਗੇ। ਕਿੰਨੀ ਕੜੀ ਗੱਲਾਂ ਨੇ, ਪਰੰਤੂ ਬਹੁਤ ਬੱਚੇ ਇਹ ਭੁੱਲ ਜਾਂਦੇ ਹਨ ਕਿ ਮੈਂ ਆਤਮਾ ਪਰਮਪਿਤਾ ਪਰਮਾਤਮਾ ਦੀ ਗੋਦ ਵਿੱਚ ਬੈਠੀ ਹਾਂ। ਭੁੱਲਣ ਦੇ ਕਾਰਨ ਉਹ ਨਸ਼ਾ ਅਤੇ ਖੁਸ਼ੀ ਨਹੀਂ ਰਹਿੰਦੀ। ਬਾਪ ਨੂੰ ਯਾਦ ਕਰਨ ਦੀ ਆਦਤ ਜੇਕਰ ਪੈ ਜਾਵੇ ਤਾਂ ਦੇ ਹੀ ਅਭਿਮਾਨੀ ਬਣ ਜਾਵਾਂਗੇ। ਵਿਲਾਇਤ ਵਿੱਚ ਬਹੁਤ ਬੱਚੀਆਂ ਹਨ, ਸੰਮੁਖ ਨਹੀਂ ਸਨ, ਪਰੰਤੂ ਬਾਪ ਨੂੰ ਯਾਦ ਕਰਦੀਆਂ ਹਨ। ਬਾਬਾ ਨੂੰ ਬਹੁਤ ਯਾਦ ਪਿਆਰ ਵੀ ਭੇਜਦੀਆਂ ਹਨ। ਜਿਵੇਂ ਸਜਣੀ ਸਾਜਨ ਨੂੰ ਕਿੰਨੇ ਪਿਆਰ ਨਾਲ ਯਾਦ ਕਰਦੀ ਹੈ। ਚਿੱਠੀ ਨਹੀਂ ਆਂਦੀ ਤੇ ਸਜਣੀ ਬਹੁਤ ਹੈਰਾਨ ਹੋ ਜਾਂਦੀ ਸਨ। ਤੁਸੀਂ ਸਜਣੀਆਂ ਨੂੰ ਵੀ ਧੱਕੇ ਖਾ ਖਾ ਕੇ ਹੁਣ ਸਾਜਣ ਮਿਲਿਆ ਹੈ ਤਾਂ ਯਾਦ ਵੀ ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ। ਚੱਲਣ ਵੀ ਬੜੀ ਚੰਗੀ ਚਾਹੀਦੀ ਹੈ। ਆਸੁਰੀ ਚੱਲਣ ਵਾਲਿਆਂ ਦਾ ਤਾਂ ਗਲਾ ਹੀ ਘੁੱਟ ਜਾਂਦਾ ਹੈ। ਬਾਬਾ ਚੱਲਣ ਤੋਂ ਸਮਝ ਜਾਂਦੇ ਹਨ, ਇਹ ਯਾਦ ਨਹੀਂ ਕਰਦੇ, ਇਸ ਲਈ ਇਹਨਾਂ ਨੂੰ ਧਾਰਨਾ ਨਹੀਂ ਹੁੰਦੀ। ਸਰਵਿਸ ਨਹੀਂ ਕਰ ਸਕਦੇ ਤੇ ਪਦ ਵੀ ਨਹੀਂ ਪਾ ਸਕਾਂਗੇ। ਪਹਿਲੇ ਤਾਂ ਬਾਪ ਜੀ ਦਾ ਬਣਨਾ ਹੈ। ਬ੍ਰਹਮਾ ਕੁਮਾਰ ਕੁਮਾਰੀ ਬਣਨਾ ਪਵੇ। ਬ੍ਰਹਮਾ ਕੁਮਾਰ ਕੁਮਾਰੀਆਂ ਨੂੰ ਜ਼ਰੂਰ ਸ਼ਿਵ ਬਾਬਾ ਦੀ ਯਾਦ ਰਵੇਗੀ, ਕਿਉਂਕਿ ਦਾਦੇ ਤੋਂ ਵਰਸਾ ਲੈਣਾ ਹੁੰਦਾ ਏ। ਯਾਦ ਵਿੱਚ ਰਹਿਣਾ ਵੱਡੀ ਮਿਹਨਤ ਹੈ। ਇਹੋ ਜੀ ਕੋਈ ਮਤ ਤੁਹਾਨੂੰ ਬਾਪ ਹੀ ਆ ਕੇ ਦਿੰਦੇ ਹਨ। ਕਈ ਮਤਾਂ ਸਮਝੇ ਭੋਗ ਲਗਾਉਂਦੇ ਹਨ। ਅਸੀਂ ਉਹ ਖਾਂਦੇ ਹਾਂ, ਬੁੱਧੀ ਯੋਗ ਬਾਬਾ ਨਾਲ ਲੱਗ ਜਾਵੇਗਾ। ਨਹੀਂ, ਇਹ ਤਾਂ ਸ਼ੁੱਧ ਭੋਜਨ ਹੁੰਦਾ ਹੈ, ਪਰੰਤੂ ਮਿਹਨਤ ਨਾ ਕਰਨ ਤਾਂ ਕੁਝ ਵੀ ਨਹੀਂ ਹੋ ਸਕਦਾ। ਸ੍ਰੇਸ਼ਟਾਚਾਰੀ ਯਾਦ ਵਿੱਚ ਹੀ ਰਹਿਣਾ ਹੈ, ਜਿਸ ਵਿੱਚ ਪਵਿੱਤਰਤਾ ਫਸਟ ਹੈ। ਆਤਮਾ ਨੂੰ ਸ਼ੁੱਧ ਬਣਾਉਣ ਦੇ ਲਈ ਯੋਗ ਦਾ ਬਲ ਚਾਹੀਦਾ ਹੈ। ਪਾਣੀ ਵਿੱਚ ਇਸ਼ਨਾਨ ਆਦਿ ਕਰਨ ਵਿੱਚ ਵੀ ਪਾਵਨ ਨਹੀਂ ਬਣ ਸਕਦੇ, ਕਿਉਂਕਿ ਪਤਿਤ ਆਤਮਾ ਹੀ ਬਣਦੀ ਏ। ਐਵੇਂ ਹੀ ਥੋੜੀ ਆਖਿਆ ਗਿਆ ਹੈ, ਜੇਵਰ ਝੂਠਾ ਹੈਗਾ, ਸੋਨਾ ਸੱਚਾ ਹੈ। ਉਹ ਲੋਕ ਸਮਝਦੇ ਹਨ ਆਤਮਾ ਸ਼ੁੱਧ ਜੇਵਰ ਹੈ। ਜੇਵਰ ਸਰੀਰ ਝੂਠਾ ਹੈ, ਉਸ ਨੂੰ ਅਸੀਂ ਸਾਫ਼ ਕਰਦੇ ਹਾਂ। ਆਤਮਾ ਜੇਕਰ ਸ਼ੁੱਧ ਹੁੰਦੀ ਤਾਂ ਸਰੀਰ ਵੀ ਸ਼ੁੱਧ ਹੁੰਦਾ। ਹੁਣ ਆਤਮਾ ਭ੍ਰਸ਼ਟ ਹੈਗੀ ਤਾਂ ਸਰੀਰ ਵੀ ਭ੍ਰਸ਼ਟ ਹੈ। ਸੋਨਾ ਪਵਿੱਤਰ ਹੈ ਔਰ ਜੇਵਰ ਝੂਠੇ ਬਣੇ ਹੋਏ ਸਨ। ਇਹ ਕਿਵੇਂ ਹੋ ਸਕਦਾ ਹੈ? ਇਹ ਚੰਗੀ ਤਰ੍ਹਾਂ ਸਮਝਣਾ ਹੈ। ਇਸ ਸਮਾਂ ਕੋਈ ਵੀ ਸ੍ਰੇਸ਼ਟਾਚਾਰੀ ਨਹੀਂ ਸਨ। ਬਾਪ ਜੀ ਨੂੰ ਹੀ ਨਹੀਂ ਜਾਣਦੇ ਤਾਂ ਪਵਿੱਤਰ ਵੀ ਕਿਵੇਂ ਰਹਿ ਸਕਦੇ ਹਨ? ਤੁਸੀਂ ਜਾਣਦੇ ਹੋ, ਸਤਿਗੁਰੂ ਤਾਂ ਇੱਕ ਹੀ ਬਾਪ ਨੂੰ ਆਖਿਆ ਜਾਂਦਾ ਹੈ। ਉਹਨਾਂ ਦੀ ਜਨਮ ਭੂਮੀ ਹੀ ਭਾਰਤ ਹੈ। ਸੱਚੀ ਸਤਨਾਰਾਇਣ ਦੀ ਕਥਾ ਵੀ ਬਾਪ ਭਾਰਤ ਵਿੱਚ ਹੀ ਆ ਕੇ ਸੁਣਾਉਂਦੇ ਹਨ। ਬਾਪ ਕਹਿੰਦੇ ਹਨ, ਪਤਿਤ ਪਾਵਨ ਤਾਂ ਤੁਸੀਂ ਮੈਨੂੰ ਹੀ ਕਹਿੰਦੇ ਆਏ ਹੋ। ਮੈਨੂੰ ਹੀ ਸਭ ਨੂੰ ਵਾਪਸ ਲੈ ਜਾਣ ਦੇ ਲਈ ਆਉਣਾ ਪੈਂਦਾ ਹੈ। ਇਹ ਸਣ ਕਿਆਮਤ ਦਾ ਸਮੇਂ, ਜਦੋਂ ਕਿ ਹਿਸਾਬ ਕਿਤਾਬ ਚੁਕਤੂ ਕਰ ਸਭ ਵਾਪਸ ਜਾਂਦੇ ਹਨ। ਸਭ ਆਖਦੇ ਹਨ ਨਵ ਭਾਰਤ ਨਵ ਦਿੱਲੀ ਹੋਵੇ। ਹੁਣ ਨਵ ਭਾਰਤ ਤਾਂ ਸਵਰਗ ਹੀ ਸੀ, ਹੁਣ ਤਾਂ ਨਰਕ ਹੈ। ਸਭ ਭ੍ਰਸ਼ਟਾਚਾਰੀ ਬਣਦੇ ਜਾਂਦੇ ਹਨ। ਇਹ ਸਾਰੀ ਸਮਝਣ ਅਤੇ ਸਮਝਾਉਣ ਦੀਆਂ ਗੱਲਾਂ ਨੇ।
ਆਤਮਾ ਅਤੇ ਪਰਮਾਤਮਾ ਦਾ ਰੂਪ ਵੀ ਕੋਈ ਨਹੀਂ ਜਾਣਦੇ। ਭਲ ਆਖਦੇ ਹਨ ਅਸੀਂ ਆਤਮਾ ਪਰਮਾਤਮਾ ਦੀ ਸੰਤਾਨ ਹਨ, ਪਰੰਤੂ ਨੌਲੇਜ ਵੀ ਚਾਹੀਦੀ ਏ। ਬਾਪ ਵਿੱਚ ਨੌਲੇਜ ਹਨ, ਆਤਮਾ ਵਿੱਚ ਨੌਲੇਜ ਕਿੱਥੋਂ ਆਈ? ਅਸੀਂ ਆਤਮਾ ਕਿੰਨੇ ਪੁਨਰ ਜਨਮ ਲੈਂਦੀ ਹਾਂ, ਕਿੱਥੇ ਰਹਿੰਦੀ ਹਾਂ, ਫਿਰ ਕਿਵੇਂ ਆਂਦੀ ਹਾਂ, ਕਿਉਂ ਦੁਖੀ ਬਣਦੇ ਹਾਂ, ਕੁਝ ਵੀ ਨਹੀਂ ਜਾਣਦੇ। ਤੁਸੀਂ ਬੱਚੇ ਜਾਣਦੇ ਹੋ ਬਾਬਾ ਸਾਨੂੰ ਆਤਮਾਵਾਂ ਨੂੰ ਪਵਿੱਤਰ ਬਣਾਉਣ ਦੇ ਲਈ ਆਏ ਸਨ। ਹੁਣ ਅਸੀਂ ਸ੍ਰੇਸ਼ਟ ਬਣਦੇ ਹਾਂ। ਜਿਹੜੇ ਮਨੁੱਖ ਸਮਝਣ ਕਿ ਬਰੋਬਰ ਹੈ ਸ਼੍ਰੀਮਤ ਤੇ ਚੱਲ ਕੇ ਸ੍ਰੇਸ਼ਟ ਬਣਦੇ ਹਨ। ਇੱਥੇ ਸ੍ਰੇਸ਼ਟ ਤੇ ਸ੍ਰੇਸ਼ਟ ਬਣੇ ਹਾਂ ਤਾਂ ਹੀ ਤਾਂ ਪਦ ਵੀ ਸ੍ਰੇਸ਼ਟ ਮਿਲਦੇ ਹਨ। ਗ੍ਰਸਤ ਵਿਵਹਾਰ ਵਿੱਚ ਰਹਿੰਦਿਆਂ ਇਹ ਅੰਤਿਮ ਜਨਮ ਪਵਿੱਤਰ ਜ਼ਰੂਰ ਬਣਨਾ ਹੈ। ਅੱਛਾ, ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ ਹੈ ਸ਼ੁੱਧ ਭੋਜਨ ਖਾਂਦਿਆਂ ਹੋਇਆਂ ਵੀ ਆਤਮਾ ਨੂੰ ਪਾਵਨ ਬਣਾਉਣ ਦੇ ਲਈ ਯਾਦ ਦੀ ਮਿਹਨਤ ਜ਼ਰੂਰ ਕਰਨੀ ਹੈ। ਯਾਦ ਵਿੱਚ ਹੀ ਸ੍ਰੇਸ਼ਟਾਚਾਰੀ ਬਣਨਾ ਸਨ, ਵਿਕਰਮ ਵਿਨਾਸ਼ ਕਰਨੇ ਸਨ। ਇਸ ਕਿਆਮਤ ਦੇ ਸਮਾਂ ਵਿੱਚ ਜਦੋਂ ਤੱਕ ਘਰ ਵਾਪਸ ਨਹੀਂ ਜਾਂਦੇ ਤਾਂ ਪੁਰਾਣੇ ਸਭ ਹਿਸਾਬ ਕਿਤਾਬ ਚੁਕਤੂ ਨਹੀਂ ਹੋਣਗੇ। ਵਾਪਸ ਜਾਣ ਤੋਂ ਪਹਿਲਾਂ ਸਾਰੇ ਹਿਸਾਬ ਕਿਤਾਬ ਚੁਕਤੂ ਕਰ ਦੇਣੇ ਹਨ। ਆਪਸ ਵਿੱਚ ਗਿਆਨ ਦੀ ਚਰਚਾ ਕਰਨੀ ਹੈਗੀ, ਮਾਇਆਵੀ ਗੱਲਾਂ ਨਹੀਂ ਉਹ ਕਰਨੀ। ਵਰਦਾਨ ਹੈਗਾ ਪਿਓਰਿਟੀ ਦੀ ਰਾਇਲਟੀ ਦੁਆਰਾ ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ ਨੂੰ ਪ੍ਰਤੱਖ ਕਰਨ ਵਾਲੇ ਸੰਪੂਰਨ ਪਵਿੱਤਰ ਭਵ। ਪਿਓਰਿਟੀ ਦੀ ਰਾਇਲਟੀ ਹੀ ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ ਹਨ। ਜਿਵੇਂ ਕੋਈ ਰਾਇਲ ਫੈਮਿਲੀ ਦਾ ਬੱਚਾ ਹੁੰਦਾ ਹੈ ਤਾਂ ਉਸ ਦੇ ਚਿਹਰੇ ਤੇ ਚੱਲਣ ਤੇ ਪਤਾ ਪੈ ਜਾਂਦਾ ਹੈ ਕਿ ਇਹ ਰਾਇਲ ਕੁਲ ਦਾ ਹੈ। ਇਵੇਂ ਬ੍ਰਾਹਮਣ ਜੀਵਨ ਦੀ ਪਰਖ ਪਿਓਰਿਟੀ ਦੀ ਝਲਕ ਤੋਂ ਹੁੰਦੀ ਏ। ਚੱਲਣ ਅਤੇ ਚਿਹਰੇ ਤੋਂ ਪਿਓਰਿਟੀ ਦੀ ਝਲਕ ਤਾਂ ਵਿਖਾਈ ਦੇਗੀ ਜਦੋਂ ਸੰਕਲਪ ਵਿੱਚ ਵੀ ਅਪਵਿੱਤਰਤਾ ਦਾ ਨਾਮ ਨਿਸ਼ਾਨ ਨਾ ਹੋਵੇ। ਪਿਓਰਿਟੀ ਅਰਥਾਤ ਕਿਸੇ ਵੀ ਪ੍ਰਕਾਰ ਦੀ ਅਸ਼ੁੱਧੀ ਦਾ ਪ੍ਰਭਾਵ ਨਾ ਹੋਵੇ ਤਾਂ ਕਹਾਂਗੇ ਸੰਪੂਰਨ ਪਵਿੱਤਰ। ਸਲੋਗਨ ਹੈਗਾ ਹੋਲੀ ਹੰਸ ਉਹ ਹੁੰਦੇ ਹਨ ਜਿਹੜੇ ਵਿਅਰਥ ਨੂੰ ਸਮਰਥ ਵਿੱਚ ਪਰਿਵਰਤਨ ਕਰ ਦਿੰਦੇ ਹਨ। ਹੋਲੀ ਹੰਸ ਉਹ ਹੁੰਦੇ ਹਨ ਜਿਹੜੇ ਵਿਅਰਥ ਨੂੰ ਸਮਰਥ ਵਿੱਚ ਪਰਿਵਰਤਨ ਕਰ ਦਿੰਦੇ ਹਨ। ਓਮ ਸ਼ਾਂਤੀ।